ਅਸੀਂ ਇਸ ਵਕਤ ਖੜੇ ਹਾਂ ਨਵਾਂ ਸ਼ਹਿਰ ਦੇ ਡੀਸੀ ਕੰਪਲੈਕਸ ਦੇ ਬਾਹਰ, ਜਿੱਥੇ ਨਰਸਿੰਗ ਦੇ ਵਿਦਿਆਰਥੀ ਜਿਹੜੇ ਨੇ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿਹੜੇ ਉਹ ਪੜ੍ਹਦੇ ਨੇ। ਨਵਾਂ ਸ਼ਹਿਰ ਦੇ ਕਾਲਜਾਂ ਦੇ ਵਿੱਚ ਜਿਹੜੇ ਉਹ ਇਸ ਵੇਲੇ ਜਿਹੜੇ ਉਹ ਸਟੱਡੀ ਕਰ ਰਹੇ ਨੇ, ਉਹ ਇਸ ਵਕਤ ਸੜਕਾਂ ਦੇ ਉਤਰੇ ਨੇ। ਉਹਨਾਂ ਦੀ ਮੰਗ ਹੈ ਕਿ ਸਾਨੂੰ ਜਿਹੜੀ ਪਿਛਲੇ 8 ਮਹੀਨਿਆਂ ਦੇ ਦੌਰਾਨ ਸਾਡੀ ਲਾਕਡਾਊਨ ਦੇ ਵਿੱਚ ਪੜ੍ਹਾਈ ਨਹੀਂ ਹੋਈ, ਜਿਸ ਦੇ ਕਰਕੇ ਸਾਡੇ ਹੁਣ ਜਿਹੜੇ ਉਹ 17 ਤਰੀਕ ਤੋਂ ਪੇਪਰ ਸ਼ੁਰੂ ਹੋਣ ਲੱਗੇ ਨੇ। ਤੇ ਅਸੀਂ ਮੰਗ ਰੱਖਦੇ ਹਾਂ ਕਿ ਜਿਹੜਾ ਸਾਨੂੰ ਹੈ ਇਸੇ ਸਾਲ ਇਸੇ ਤਰੀਕੇ ਦੇ ਨਾਲ ਉਹ ਇੰਡੀਅਨ ਨਰਸਿੰਗ ਕੌਂਸਲ ਹੈ ਜਿਹੜੀ ਉਸ ਦੀਆਂ ਗਾਈਡਲਾਈਨਸ ਦੇ ਉੱਤੇ ਸਾਨੂੰ ਅਗਲੇ ਸਾਲ ਦੇ ਵਿੱਚ ਪ੍ਰਮੋਟ ਕੀਤਾ ਜਾਵੇ। ਤੁਹਾਨੂੰ ਤਸਵੀਰਾਂ ਦਿਖਾਉਂਦੇ ਇਸ ਵਕਤ ਜਿਹੜੇ ਡੀਸੀ ਦਫ਼ਤਰ ਦੇ ਬਾਹਰ ਜਿਹੜੇ ਬੱਚੇ ਨੇ ਉਹ ਸੜਕਾਂ ਦੇ ਉੱਤੇ ਨੇ। ਇਹਨਾਂ ਨੇ ਲਿਖਿਆ ਹੈ ਐਗਜ਼ਾਮਸ ਆਰ ਨਾਟ ਪੋਸੀਬਲ ਵਿਦਾਊਟ ਪ੍ਰੋਪਰ ਰਿਵੀਜ਼ਨ, ਯਾਨੀ ਕਿ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਉਹ ਕੋਈ ਵੀ ਸਿਲੇਬਸ ਨਹੀਂ ਹੋਇਆ, ਕੋਈ ਰਿਵੀਜ਼ਨ ਨਹੀਂ ਹੋਈ ਹਜੇ ਤੱਕ, ਫਿਰ ਵੀ ਸਾਡੇ ਜਿਹੜੇ ਉਹ ਪੇਪਰ ਲਏ ਜਾ ਰਹੇ ਨੇ। ਇਸ ਕਰਕੇ ਉਹ ਜਿਹੜੇ ਆਪਣੇ ਇਨਸਾਫ ਦੀ ਮੰਗ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਸਾਡੇ ਜਿਹੜੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਇਸੇ ਤਰੀਕੇ ਨਾਲ, ਕਿਉਂਕਿ ਜਿੱਦਾਂ ਕਿ ਇੰਡੀਅਨ ਨਰਸਿੰਗ ਕੌਂਸਲ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਸਾਲ ਬੱਚਿਆਂ ਨੂੰ ਇਸੇ ਤਰੀਕੇ ਦੇ ਨਾਲ ਅਗਲੇ ਸਾਲ ਦੇ ਵਿੱਚ ਬਹਿਣ ਦਿੱਤਾ ਜਾਵੇ। ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਤੰਬਰ ਦੇ ਵਿੱਚ ਸਾਡੇ ਪੇਪਰ ਪੈਂਦੇ ਨੇ, ਤੇ ਹੁਣ ਇਸ ਵਕਤ ਮਹੀਨਾ ਚੱਲ ਰਿਹਾ ਉਹ ਨਵੰਬਰ ਦਾ ਮਹੀਨਾ ਚੱਲ ਰਿਹਾ, ਯਾਨੀ ਕਿ ਅਗਲੇ ਸਾਲ ਦਾ ਮਹੀਨਾ ਉਹ ਚੱਲ ਰਿਹਾ ਹੈ। ਫਿਰ ਵੀ ਸਾਡਾ ਯੂਨੀਵਰਸਿਟੀ ਉਹ ਹਜੇ ਆਪਣੀ ਜਿੱਦ ਦੇ ਉੱਤੇ ਅੜੀ ਹੋਈ ਹੈ। ਇਸ ਦੇ ਲਈ ਇੱਥੇ ਪ੍ਰੋਟੈਸਟ ਕਰ ਰਹੇ ਨੇ। ਇਸ ਦੇ ਵਿੱਚ ਇੱਥੇ ਕੁੜੀਆਂ ਵੀ ਉਹ ਵੀ ਸ਼ਾਮਿਲ ਨੇ। ਤੁਹਾਨੂੰ ਤਸਵੀਰਾਂ ਦਿਖਾਉਂਦੇ ਆ, ਨਵਾਂ ਸ਼ਹਿਰ ਦੇ ਡੀਸੀ ਦਫ਼ਤਰ ਦੇ ਬਾਹਰ ਖੜੇ ਆ। ਇੱਥੇ ਲਿਖਿਆ ਹੈ ਉਹਨਾਂ ਨੇ ਜਸਟਿਸ ਫॉर ਨਰਸਿੰਗ ਸਟੂਡੈਂਟਸ, ਯਾਨੀ ਕਿ ਨਰਸਿੰਗ ਦੇ ਸਟੂਡੈਂਟ ਜਿਹੜੇ ਨੇ ਉਹ ਆਪਣੇ ਇਨਸਾਫ ਮੰਗ ਰਹੇ ਨੇ ਕਿ ਸਾਡਾ ਪੇਪਰ ਨੇ ਸਾਡੇ ਉਹ ਇਸ ਵਕਤ ਕੈਂਸਲ ਕੀਤੇ ਜਾਣ, ਕਿਉਂਕਿ 17 ਤਰੀਕ ਤੋਂ ਯੂਨੀਵਰਸਿਟੀ ਦੇ ਵੱਲੋਂ ਇਹਨਾਂ ਦੀ ਮੰਗ ਹੈ ਕਿ ਸਾਨੂੰ ਇਸੇ ਸਾਲ ਇਸੇ ਤਰੀਕੇ ਦੇ ਨਾਲ ਪ੍ਰਮੋਸ਼ਨ ਦਿੱਤੀ ਜਾਵੇ। ਕੋਈ ਬੋਲ ਕੇ ਦੱਸ ਸਕਦਾ ਕੋਈ ਇਸ ਬਾਰੇ ਦੇ ਵਿੱਚ ਕੀ ਮੰਗ ਨੂੰ ਲੈ ਕੇ ਤੁਸੀਂ ਇੱਥੇ ਅੱਜ ਇਕੱਠੇ ਹੋਏ ਹੋ? ਸਰ ਅਸੀਂ ਚਾਹੁੰਦੇ ਹਾਂ ਕਿ ਪਿਛਲੇ ਦਿਨ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕੋਵਿਡ-19 ਦੇ ਚੱਲਦੇ ਆ, ਸਾਡੀ ਕੋਈ ਕਲਾਸਿਸ ਆਨਲਾਈਨ ਜਿੰਨੀਆਂ ਵੀ ਲੱਗੀਆਂ ਉਹਦੇ ਆਧਾਰਿਤ ਸਾਡੀ ਕੋਈ ਵੀ ਇੰਨੀ ਪੜ੍ਹਾਈ ਨਹੀਂ ਹੋਈ ਜਿਹਦੇ ਬਿਹਾਫ ਤੇ ਅਸੀਂ ਐਗਜ਼ਾਮ ਦੇ ਦਈਏ। ਤੇ ਕੁਝ ਦਿਨ ਪਿਛਲੇ 8 ਮਹੀਨਿਆਂ ਤੋਂ ਸਾਨੂੰ ਕੋਈ ਨੋਟਿਸ ਨਹੀਂ ਸੀਗਾ। ਅਸੀਂ ਮੰਗ ਵੀ ਕਰਦੇ ਰਹੇ ਕਿ ਸਾਨੂੰ ਕੋਈ ਇਤਲਾਹ ਦਿੱਤੀ ਜਾਵੇ, ਜਿਹਦੇ ਚੱਲਦੇ ਸਾਨੂੰ ਕੋਈ ਇਤਲਾਹ ਨਹੀਂ ਦਿੱਤੀ। ਤੇ 10 ਦਿਨ ਪਹਿਲਾਂ ਸਾਨੂੰ ਡੇਟ ਸ਼ੀਟ ਸਾਨੂੰ ਭੇਜ ਦਿੱਤੀ ਗਈ ਹੈ। ਹੁਣ ਦੱਸੋ, ਮੇਲ ਭੇਜੀ ਹੈ ਸਾਨੂੰ ਡੇਟ ਸ਼ੀਟ ਦੀ, ਜਿਹਦੇ ਚਲਦੇ ਹੁਣ ਸਾਡੀ ਰਿਵੀਜ਼ਨ ਵੀ ਨਹੀਂ ਹੈ ਇੰਨੀ, ਤੇ ਅਸੀਂ ਐਗਜ਼ਾਮ ਵੀ ਨਹੀਂ ਦੇ ਸਕਦੇ ਆ। ਤੇ ਕੁਝ ਬੱਚੇ ਜੋ ਹੈ ਕਸ਼ਮੀਰ, ਹਿਮਾਚਲ, ਬਿਹਾਰ ਵੱਲ ਦੇ ਨੇ। ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਫਾਰਮਰ ਸਟ੍ਰਾਈਕ ਵੀ ਚੱਲਦੀ ਪਈ, ਉਹਦੇ ਕਰਕੇ ਕਾਫੀ ਟ੍ਰੇਨਾਂ ਵੀ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ, ਬੱਸਿਸ ਵੀ ਰੱਦ ਕੀਤੀਆਂ ਗਏ ਨੇ। ਬੱਚਿਆਂ ਨੂੰ ਉੱਥੋਂ ਆਉਣ ਦੀ ਵੀ ਦਿੱਕਤ ਹੋ ਰਹੀ ਹੈ। ਤੇ ਕੋਵਿਡ-19 ਦੇ ਚੱਲਦੇ ਆ ਉੱਥੋਂ ਆ ਕੇ ਬੱਚਿਆਂ ਨੂੰ ਕੁਆਰੰਟਾਈਨ ਕਰਨ ਦੇ ਲਈ ਕਿਹਾ ਗਿਆ ਹੈ। 10 ਦਿਨ ਦਾ ਟਾਈਮ ਹੈ ਸਾਡੇ ਕੋਲ, ਤੇ 10 ਦਿਨ ਦੇ ਵਿੱਚ ਅਗਰ ਇੱਕ ਹਫ਼ਤਾ ਬੱਚਾ ਕੁਆਰੰਟਾਈਨ ਰਹਿੰਦਾ ਹੈ ਤੇ ਉਹਦੇ ਚੱਲਦੇ ਰਿਵੀਜ਼ਨ ਨਹੀਂ ਹੋ ਸਕਦੀ, ਤੇ ਸਾਡੇ ਐਗਜ਼ਾਮ ਨੇ ਪੋਸੀਬਲ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਾਸ ਪ੍ਰਮੋਸ਼ਨ ਦਿੱਤੀ ਜਾਵੇ। INC ਦੀ ਗਾਈਡਲਾਈਨਸ ਦੇ ਅਕੋਰਡਿੰਗ ਸਾਨੂੰ ਮਾਸ ਪ੍ਰਮੋਸ਼ਨ ਦੇ ਦਿੱਤੀ ਗਈ ਹੈ, ਪਰ ਬਾਬਾ ਫਰੀਦ ਯੂਨੀਵਰਸਿਟੀ ਸਾਡੀ ਮਾਸ ਪ੍ਰਮੋਸ਼ਨ ਨੂੰ ਕੋਈ ਵੀ ਪਰਮਿਸ਼ਨ ਨਹੀਂ ਦੇ ਰਹੀ, ਸਾਨੂੰ ਪ੍ਰਮੋਟ ਨਹੀਂ ਕਰ ਰਹੀ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਾਸ ਪ੍ਰਮੋਸ਼ਨ ਦਿੱਤੀ ਜਾਵੇ। 8 ਮਹੀਨਿਆਂ ਦਾ ਪਿਛਲੇ ਦਿਨ ਲਾਕਡਾਊਨ ਚੱਲਿਆ, ਤੁਹਾਡੀ ਆਨਲਾਈਨ ਕਲਾਸਾਂ ਲੱਗਦੀਆਂ ਰਹੀਆਂ ਕਿ ਨਹੀਂ ਲੱਗਦੀ ਰਹੀਆਂ? ਸਾਡੀ ਆਨਲਾਈਨ ਕਲਾਸਿਸ ਚੱਲਦੀਆਂ ਸੀ, ਪਰ ਵਿੱਚੋਂ ਹੀ ਜਿੱਦਾਂ ਕਿ ਇੰਟਰਨੈਟ ਫੈਸਿਲਿਟੀਜ਼ ਸੀਗੀਆਂ ਜਿਹੜੀਆਂ ਉਹ ਬਹੁਤ ਘੱਟ ਸੀਗੀਆਂ। ਤੇ ਸਰ ਸਾਡੀ BSc ਨਰਸਿੰਗ ਹੈ, ਨਰਸਿੰਗ ਐਜੂਕੇਸ਼ਨ ਹੈ ਉਹ ਹੋਲ ਓਵਰ ਐਂਡ ਆਲ ਸਾਡੀ ਪ੍ਰੈਕਟੀਕਲ ਦੇ ਬੇਸਿਸ ਤੇ ਹੈ, ਤੇ ਆਨਲਾਈਨ ਕੋਈ ਬੱਚਾ ਪ੍ਰੈਕਟੀਕਲ ਨਹੀਂ ਕਰ ਸਕਦਾ। ਪਹਿਲੀ ਗੱਲ ਤੇ ਦੂਜੀ ਗੱਲ, ਫੀਸ ਵੀ ਇਹਨਾਂ ਨੇ ਸਾਡੇ ਕੋਲੋਂ ਨੈਕਸਟ ਸਮੈਸਟਰ ਦੀ ਵੀ ਲੈ ਲਈ ਹੈ। ਪਰ ਜੇ ਪਿਛਲੇ ਸਾਲ ਦਾ ਦੇਖੀਏ ਤਾਂ 12 ਮਹੀਨੇ ਦੇ ਵਿੱਚੋਂ 8 ਮਹੀਨੇ ਤਾਂ ਸਾਡਾ ਆਫ ਹੀ ਸੀਗਾ, ਤੇ ਸਾਡੀ ਉਹ ਫੀਸ ਦਾ ਵੀ ਚੱਕਰ ਇਹ ਵੀ ਹੈ। ਤੇ ਦੂਸਰੀ ਗੱਲ, ਸਾਨੂੰ ਪ੍ਰੈਕਟੀਕਲਸ ਦੀ ਮੇਨ ਹੈ। ਨਰਸਿੰਗ ਕਾਲਜ ਨਰਸਿੰਗ ਜੋ ਹੈ ਮੇਨ ਪ੍ਰੈਕਟੀਕਲਸ ਦੇ ਬੇਸਿਸ ਤੇ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਪ੍ਰੈਕਟੀਕਲਸ ਕਰਵਾਉਣ, ਸਾਡਾ ਨਵਾਂ ਸਮੈਸਟਰ ਸਟਾਰਟ ਕੀਤਾ ਜਾਵੇ, ਜੋ ਸਾਡਾ ਪਿਛਲਾ ਜੋ ਹੈ ਸਮੈਸਟਰ ਉਹਦਾ ਖਰਾਬ ਹੋ ਹੀ ਚੁੱਕਿਆ ਹੈ। ਸੋ ਅਸੀਂ ਚਾਹੁੰਦੇ ਕਿ ਸਾਡਾ ਅਗਲਾ ਸਮੈਸਟਰ ਉਹ ਖਰਾਬ ਨਾ ਹੋਵੇ, ਤਾਂ ਕਰਕੇ ਅਸੀਂ ਚਾਹੁੰਦੇ ਕਿ ਮਾਸ ਪ੍ਰਮੋਸ਼ਨ ਦਿੱਤੀ ਜਾਵੇ ਸਾਨੂੰ। ਜੇਕਰ 17 ਤਰੀਕ ਨੂੰ ਇਸੇ ਤਰੀਕੇ ਦੇ ਨਾਲ ਪੇਪਰ ਉਹ ਡੇਟ ਸ਼ੀਟ ਜਾਰੀ ਰਹਿੰਦੀ ਹੈ, ਤੁਹਾਡੇ ਪੇਪਰ ਹੁੰਦੇ ਆ, ਤੁਸੀਂ ਪੇਪਰ ਪਾਓਗੇ ਜਾਂ ਨਹੀਂ ਪਾਓਗੇ? ਬਿਲਕੁਲ ਅਸੀਂ ਯੂਨਿਟੀ ਕਰਕੇ ਅਸੀਂ ਐਗਜ਼ਾਮ ਨਹੀਂ ਪਾਵਾਂਗੇ, ਕਿਉਂਕਿ ਸਾਡੀ ਰਿਵੀਜ਼ਨ ਹੀ ਨਹੀਂ ਹੈ। ਅਗਰ ਰਿਵੀਜ਼ਨ ਨਹੀਂ ਹੋਏਗੀ, ਸਾਡੀ ਸਪਲੀਜ਼ ਆਉਂਗੀਆਂ, ਸਪਲੀਜ਼ ਦੇ ਨਾਲ ਫਿਰ ਸਾਨੂੰ ਐਕਸਟਰਾ ਫੀਸ ਦੇਣੀ ਪਏਗੀ। ਅਸੀਂ ਇੱਕ ਤਾਂ ਪਹਿਲੇ ਫਸਟ ਈਅਰ ਦੀ ਦਿੱਤੀ ਹੋਈ ਹੈ ਫੀਸ, ਉਸ ਤੋਂ ਬਾਅਦ ਅਸੀਂ ਸੈਕਿੰਡ ਸਮੈਸਟਰ ਦੀ ਵੀ ਫੀਸ ਦੇ ਦਿੱਤੀ ਹੈ। ਤੇ ਸਾਨੂੰ ਪ੍ਰੈਕਟੀਕਲ ਜ਼ਿਆਦਾ ਹੈ, ਪ੍ਰੈਕਟੀਕਲ ਦਿੱਤੇ ਜਾਣ, ਜ਼ਿਆਦਾ ਤੋਂ ਜ਼ਿਆਦਾ ਟਾਈਮ ਦਿੱਤਾ ਜਾਵੇ ਪ੍ਰੈਕਟੀਕਲਸ ਦੇ ਲਈ। ਨੈਕਸਟ ਸੈਸ਼ਨ ਜੋ ਹੈ ਉਹ ਖਰਾਬ ਹੋ ਰਿਹਾ ਸਾਡਾ, ਆਲਰੇਡੀ ਦਸੰਬਰ ਆ ਚੁੱਕੀ ਹੈ, ਤੇ ਜਿਹਦੇ ਕਰਕੇ ਸਾਡੇ 2 ਮੰਥ ਵੇਸਟ ਹੋ ਚੁੱਕੇ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਮਾਸ ਪ੍ਰਮੋਸ਼ਨ ਕਰਕੇ ਨਵਾਂ ਸਮੈਸਟਰ ਸਟਾਰਟ ਕੀਤਾ ਜਾਵੇ। ਇੱਥੇ ਨਾਲ कुछ J&K ਦੇ ਜਿਹੜੇ स्टूडेंट ਉਹ ਵੀ ਮੌਜੂਦ ਨੇ, ਉਹਨਾਂ ਨਾਲ भी गलबात करांगे। ਤੁਹਾਡੀ ਕੀ समस्या आ रही है? सर हम तो J&K से सभी, जिस टाइम लॉकडाउन हुआ था हमें रात को इधर से निकाला गया था ना, उस टाइम हमारे पास बुक्स थी ना ही, मतलब वहाँ पे जब हम कश्मीर पहुंचे तो 2G सर्विस थी कुछ डिस्ट्रिक्ट्स में और कुछ डिस्ट्रिक्ट्स में बिल्कुल ही थी नहीं, तो उस वजह से कोई भी हम में से ऑनलाइन क्लास अटेंड नहीं कर पाया और ना ही हमारे पास बुक्स थी।
कि उस वजह से हमने कोई स्टडी नहीं किया। अब हम इधर आ रहे हैं तो अचानक से यूनिवर्सिटी डेट शीट निकाल देती है विदाउट एनी नोट्स। तो विदाउट एनी नोट्स अगर वो डेट शीट निकली है तो हम उसका क्या करेंगे? 8 मंथ्स हमने पढ़ा नहीं है। और जो नर्सिंग का जो मेन कोर्स होता है वो बेस होता है प्रैक्टिकल्स पे, जो हमने कोई प्रैक्टिकल्स हुआ ही नहीं, कोई क्लिनिकल ड्यूटी हुई नहीं, सो हम एग्जाम कैसे दे सकते हैं? और यूनिवर्सिटी अगर ये है, यूनिवर्सिटीज ने नेक्स्ट ईयर की फीस इकट्ठा करना स्टार्ट कर दिए, लेकिन अभी तक हमें प्रमोट नहीं कर रहे हैं। जो हमारा नेक्स्ट सेशन है, जैसे अभी मैं 3rd ईयर में हूँ, तो 4th ईयर के लिए मुझे 6 मंथ्स की ट्रेनिंग चाहिए और उससे पहले सिलेबस कवर होना चाहिए। अगर ये इस टाइम अभी एग्जाम्स करते हैं तो इसके बाद 1 मंथ के लिए प्रैक्टिकल होगा, एंड में रहेंगे नेक्स्ट सेशन के सिर्फ 6 मंथ्स। तो उस 6 मंथ्स में हम या तो ट्रेनिंग कर पाएंगे या हम अपना सिलेबस कंप्लीट करें। तो हमारा जो 4th ईयर भी है वो भी वेस्ट हो जाएगा अगर ये एग्जाम्स इस टाइम करते हैं। ਕਿਹੜੀ ਕਲਾਸ ਦੇ ਸਟੂਡੈਂਟ ਆ ਜਿਹੜੇ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਤੇ ਕਿੰਨੇ ਸਟੂਡੈਂਟ ਆ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਇਸ ਮੰਗ ਦੇ ਲਈ ਜਿਹੜੇ ਲੜ ਰਹੇ ਨੇ? सर अभी यहाँ पे 1st ईयर 2nd ईयर और 3rd ईयर है बीएससी नर्सिंग के। 4th ईयर के एग्जाम पहले ही हो चुके हैं। अब जो 1st ईयर 2nd ईयर 3rd ईयर है वो ये चाहते हैं कि मास प्रमोशन हो जाए। मतलब हर जगह पे प्रोटेस्ट हो रही है, लेकिन जो यूनिवर्सिटी है वो इसकी तरफ ध्यान नहीं दे रही है। ਜੇਕਰ ਯੂਨੀਵਰਸਿਟੀ ਜਿਹੜੀ ਉਹ ਫੇਰ ਵੀ ਇਸੇ ਜਿਹੜੀ ਆਪਣੀ ਗੱਲ ਦੇ ਉੱਤੇ ਅੜੀ ਰਹਿੰਦੀ ਹੈ, ਤੁਹਾਡਾ ਕੀ ਸਟੈਂਡ ਰਹੇਗਾ? सर हमारा यही स्टैंड होगा कि हम में से कोई भी एग्जाम नहीं देगा। ਕਿੰਨੇ ਸਟੂਡੈਂਟ ਆ ਜਿਹੜੇ ਇਸ ਗੱਲ ਦੇ ਉੱਤੇ ਐਗਰੀ ਹੈ? सर पूरे फर्स्ट देख लीजिए, जो भी स्टूडेंट्स कश्मीर 3rd ईयर है बीएससी नर्सिंग के, 4th ईयर के एग्जाम पहले ही हो चुके हैं। अब जो 1st ईयर 2nd ईयर 3rd ईयर है वो ये चाहते हैं कि मास प्रमोशन हो जाए। मतलब हर जगह पे प्रोटेस्ट हो रही है, लेकिन जो यूनिवर्सिटी है वो इसकी तरफ ध्यान नहीं दे रही है। ਜੇਕਰ ਯੂਨੀਵਰਸਿਟੀ ਜਿਹੜੀ ਉਹ ਫੇਰ ਵੀ ਇਸੇ ਜਿਹੜੀ ਆਪਣੀ ਗੱਲ ਦੇ ਉੱਤੇ ਅੜੀ ਰਹਿੰਦੀ ਹੈ, ਤੁਹਾਡਾ ਕੀ ਸਟੈਂਡ ਰਹੇਗਾ? सर हमारा यही स्टैंड होगा कि हम में से कोई भी एग्जाम नहीं देगा। ਕਿੰਨੇ ਸਟੂਡੈਂਟ ਆ ਜਿਹੜੇ ਇਸ ਗੱਲ ਦੇ ਉੱਤੇ ਐਗਰੀ ਹੈ? सर पूरे फर्स्ट देख लीजिए, जो भी स्टूडेंट्स कश्मीर से, उनमें से किसी ने नहीं पढ़ा है, तो उनमें से पॉसिबल ही नहीं है कि कोई एग्जाम दे पाए। और जो पंजाब के स्टूडेंट्स है उनके लिए तो पॉसिबल, उन्हें अगर उनके पास था भी कुछ, लेकिन फिर भी उन जो प्रैक्टिकल्स होते हैं, प्रैक्टिकल कुछ हुए भी नहीं है, क्लिनिकल ट्रेनिंग हुई ही नहीं है, तो वो किस बेस पे एग्जाम ले रहे हैं हमारे? सर इसीलिए पंजाब और जो कश्मीर के भी स्टूडेंट्स है सब मिलके यूनिटी है पूरी, मतलब यूनिटी से कोई एग्जाम नहीं देगा ये। ਹਾਂਜੀ, ਇਹ ਸਨ ਬੱਚੇ ਜਿਹੜੇ ਇੱਥੇ ਸਟੂਡੈਂਟ ਆ ਜਿਹੜੇ ਸਾਡੇ ਇਲਾਕੇ ਦੇ ਕਾਲਜਾਂ ਦੇ ਨਰਸਿੰਗ ਦੇ ਜਿਹੜੇ ਵਿਦਿਆਰਥੀ ਸੀ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਇਸ ਮੰਗ ਨੂੰ ਲੈ ਕੇ ਅੜੇ ਹੋਏ ਆ, ਕਿਉਂਕਿ ਇਹ ਜਿਹੜਾ ਨਰਸਿੰਗ ਦਾ ਸਟਰੀਮ ਐਸਾ ਸਟਰੀਮ ਹੈ ਕਿ ਇਹ ਜਿਹੜਾ ਪ੍ਰੈਕਟੀਕਲ ਤੋਂ ਬਿਨਾ ਕੋਈ ਵੀ ਜਿਹੜਾ ਕੰਮ ਨਹੀਂ ਹੋ ਸਕਦਾ। ਇਸ ਦੇ ਲਈ ਉਹਨਾਂ ਨੇ ਕਿਹਾ ਕਿ ਕੁਝ ਵਿਅਕਤੀਆਂ ਜਿਹੜੀਆਂ ਆਨਲਾਈਨ ਕਲਾਸਾਂ ਵੀ ਲੱਗੀਆਂ, ਪਰ J&K ਦੇ ਵਿੱਚ ਇੰਟਰਨੈਟ ਪ੍ਰੋਬਲਮ ਕਰਕੇ ਜਿਹੜੇ ਬੱਚੇ ਆਨਲਾਈਨ ਜਿਹੜੀ ਸਟੱਡੀ ਉਹ ਵੀ ਨਹੀਂ ਕਰ ਸਕੇ, ਜਿਸ ਕਰਕੇ ਹੁਣ ਜਿਹੜੇ ਅੜੇ ਹੋਏ ਨੇ ਕਿ ਅਸੀਂ ਜਿਹੜੇ ਉਹ ਪੇਪਰ ਨਹੀਂ ਦੇਵਾਂਗੇ। ਉਧਰੋਂ ਯੂਨੀਵਰਸਿਟੀ ਵੀ ਜਿਹੜੀ ਆਪਣੀ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਅੜੀ ਹੈ ਕਿ ਇਹਨਾਂ ਦੇ 17 ਤਰੀਕ ਨੂੰ ਪੇਪਰ ਲਏ ਜਾਣਗੇ। ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦਾ ਕੀ ਹੱਲ ਨਿਕਲੇਗਾ। ਤੇ ਇਹ ਜਿਹੜੇ ਅੱਜ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਇੱਥੇ ਇੱਕ ਮੰਗ ਪੱਤਰ ਦੇਣ ਆਏ ਨੇ, ਫਿਰ ਤੁਹਾਨੂੰ ਦਿਖਾ ਦਿੰਦੇ ਇਹਨਾਂ ਦੇ ਵਿੱਚ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਹ ਨਵਾਂ ਸ਼ਹਿਰ ਦੇ ਡੀਸੀ ਦਫ਼ਤਰ ਦੇ ਬਾਹਰ ਜਿਹੜੇ ਬੱਚੇ ਇੱਥੇ ਇਕੱਠੇ ਹੋਏ ਨੇ, ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ। ਇਹਨਾਂ ਨੇ ਦੱਸਿਆ ਕਿ ਸਾਡੇ ਜਿਹੜਾ ਪ੍ਰੈਕਟੀਕਲ ਦੇ ਤੌਰ ਦੇ ਉੱਤੇ ਹੀ ਜਿਹੜਾ ਸਾਡਾ ਸਾਰਾ ਕੰਮ ਚੱਲਦਾ ਹੈ। ਤੇ ਇਹਨਾਂ ਦੀ ਮੰਗ ਹੈ ਕਿ ਜਿਹੜਾ ਸਾਨੂੰ ਇਸੇ ਤਰੀਕੇ ਦੇ ਨਾਲ ਜਿਹੜਾ ਅਗਲੇ ਸਾਲ ਦੇ ਵਿੱਚ ਪ੍ਰਮੋਟ ਕੀਤਾ ਜਾਵੇ। ਜੇਕਰ ਪ੍ਰਮੋਟ ਨਹੀਂ ਕੀਤਾ ਜਾਂਦਾ ਤਾਂ ਅਸੀਂ ਜਿਹੜੇ ਉਹ ਪੇਪਰ ਨਹੀਂ ਦੇਵਾਂਗੇ, ਅਸੀਂ ਇਸੇ ਤਰੀਕੇ ਦੇ ਨਾਲ ਅੜੇ ਰਵਾਂਗੇ। ਪਰ ਯੂਨੀਵਰਸਿਟੀ ਨੂੰ ਕਿਤੇ ਨਾ ਕਿਤੇ ਇਹਨਾਂ ਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਇੰਡੀਅਨ ਜਿਹੜੀ ਨਰਸਿੰਗ ਕੌਂਸਲ ਦੇ ਵੱਲੋਂ ਪ੍ਰਮੋਟ ਕਰਨ ਦੀ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਨੇ, ਪਰ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਹਜੇ ਤੱਕ ਜਿਹੜਾ ਇਸ ਤਰੀਕੇ ਦਾ ਕੋਈ ਵੀ ਪ੍ਰਮੋਸ਼ਨ ਜਿਹੜੀ ਨਹੀਂ ਦਿੱਤੀ ਜਾ ਰਹੀ। ਜੋਬਨ ਵੀ ਭੰਗਲ, ਜਗਬਾਣੀ ਟੀਵੀ, ਨਵਾਂ ਸ਼ਹਿਰ।